ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਾਂ ਚੈਨਲ ਤੇ ਪੇਪਰ ਏ ਦੀ ਜਿਹੜੀ ਤਿਆਰੀ ਆ ਉਹ ਸਟਾਰਟ ਕਰਨ ਵਾਲੇ ਹਾਂ। ਤਾਂ ਅੱਜ ਕਰਨ ਵਾਲੇ ਹਾਂ ਜੀ ਆਪਾਂ ਪੰਜਾਬੀ ਦੀ ਫਸਟ ਕਲਾਸ, ਜਿਸ ਦੇ ਵਿੱਚ ਆਪਾਂ ਕਰਾਂਗੇ ਜੀ ਗੁਰਮਤਿ ਕਾਵਿ। ਜਿਵੇਂ ਕਿ ਤੁਸੀਂ ਸਿਲੇਬਸ ਦੇ ਵਿੱਚ ਦੇਖ ਪਾ ਰਹੇ ਹੋ ਕਿ ਆਪਾਂ ਨੂੰ 4 ਤਰ੍ਹਾਂ ਦੇ ਕਾਵਿ ਦਿੱਤੇ ਗਏ ਨੇ। ਪੰਜਾਬੀ ਦੇ ਸਿਲੇਬਸ ਦੇ ਵਿੱਚ 4 ਤਰ੍ਹਾਂ ਦੇ ਕਾਵਿ ਦਿੱਤੇ ਗਏ ਨੇ: ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ, ਬੀਰ ਕਾਵਿ। ਠੀਕ ਹੈ, ਵੈਰੀ ਇੰਪੋਰਟੈਂਟ ਨੇ। ਗੁਰਮਤਿ ਕਾਵਿ ਦੇ ਵਿੱਚ ਆਪਾਂ ਨੂੰ 3 ਗੁਰੂ ਦਿੱਤੇ ਗਏ ਨੇ: ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ। ਇਹਨਾਂ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਗੁਰਮਤਿ ਕਾਵਿ ਹੁੰਦਾ ਕੀ ਹੈ। ਠੀਕ ਹੈ, ਇਹਨਾਂ ਦੇ ਸਿਧਾਂਤ ਕੀ ਨੇ, ਕਦੋਂ ਸ਼ੁਰੂ ਹੋਇਆ, ਇਸ ਦੇ ਬਾਰੇ ਪਹਿਲਾਂ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਹੀ ਆਪਾਂ ਗੁਰੂਆਂ ਬਾਰੇ ਪੜ੍ਹਾਂਗੇ। ਠੀਕ ਹੈ, ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਨਾਲ ਦੀ ਨਾਲ ਦੇਖੋ, ਆਪਣੇ ਨੋਟਸ ਬਣਾਉਂਦੇ ਰਹੋ। ਜਿਹੜੇ ਇੰਪੋਰਟੈਂਟ ਪੁਆਇੰਟਸ ਮੈਂ ਤੁਹਾਨੂੰ ਦੱਸਾਂਗੀ ਉਹ ਤੁਸੀਂ ਨਾਲ ਲਿਖਦੇ ਰਹਿਣਾ। ਠੀਕ ਹੈ, ਕਿਉਂਕਿ ਐਟ ਦੀ ਐਂਡ ਤੁਹਾਨੂੰ ਜਿਹੜੇ ਨੇ ਰਿਵੀਜ਼ਨ ਟਾਈਮ ਨੋਟਸ ਬਹੁਤ ਜ਼ਿਆਦਾ ਹੈਲਪ ਕਰਦੇ ਹੁੰਦੇ ਨੇ। ਵੀਡੀਓ ਕਾਫੀ ਲੰਬੀ ਹੋ ਜਾਂਦੀ ਤਾਂ ਤੁਸੀਂ ਵਾਰ-ਵਾਰ ਨਹੀਂ ਦੇਖ ਪਾਉਂਦੇ ਹੈਗੇ, ਤਾਂ ਇਸ ਕਰਕੇ ਪਹਿਲਾਂ ਹੀ ਨੋਟਸ ਤੇ ਜਿਹੜੇ ਮੇਨ ਪੁਆਇੰਟ ਨੇ ਉਹਨਾਂ ਨੂੰ ਲਿਖ ਲੈਣਾ, ਤਾਂ ਕਿ ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਹੈ ਰਿਵੀਜ਼ਨ ਟਾਈਮ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਹੈ ਉਹ ਨਾ ਆਵੇ। ਕਲੀਅਰ? ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸਭ ਤੋਂ ਪਹਿਲਾਂ ਦੇਖੋ, ਗੁਰੂ ਕਾਵਿ ਧਾਰਾਵਾਂ ਦੇ ਵਿੱਚ 4 ਤਰ੍ਹਾਂ ਦੀਆਂ ਕਾਵਿ ਧਾਰਾਵਾਂ ਦੇਖਣ ਨੂੰ ਮਿਲਦੀਆਂ ਨੇ। ਠੀਕ ਹੈ, ਪਹਿਲੀ ਹੈਗੀ ਹੈ ਗੁਰਮਤਿ ਕਾਵਿ ਧਾਰਾ। ਠੀਕ ਹੈ, ਸੈਕਿੰਡ ਹੈਗੀ ਹੈ ਸੂਫੀ ਕਾਵਿ ਧਾਰਾ, ਥਰਡ ਹੈਗੀ ਆਪਣੇ ਕੋਲ ਬੀਰ ਕਾਵਿ ਧਾਰਾ, ਤੇ ਫੋਰਥ ਹੈਗੀ ਆਪਣੇ ਕੋਲ ਕਿੱਸਾ ਕਾਵਿ ਧਾਰਾ। ਠੀਕ ਹੈ, ਚਾਰਾਂ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਜੀ ਗੁਰਮਤਿ ਕਾਵਿ ਧਾਰਾ ਬਾਰੇ। ਠੀਕ ਹੈ, ਬਾਕੀ ਜਿਹੜੀ ਆ ਇੱਕ ਤਰ੍ਹਾਂ ਦੀ ਭਗਤੀ ਲਹਿਰ ਸੀ। ਠੀਕ ਹੈ, ਜਿਹੜੀ ਕਿ ਲਗਭਗ 11ਵੀਂ ਤੇ 12ਵੀਂ ਸਦੀ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਸੀ। ਕਦੋਂ ਆਈ ਸੀ? 11ਵੀਂ 12ਵੀਂ ਸਦੀ ਦੇ ਵਿੱਚ ਜਿਹੜੀ ਹੈ ਉੱਭਰ ਕੇ ਸਾਹਮਣੇ ਆਈ ਸੀ। ਗੁਰਮਤਿ ਕਾਵਿ ਉਹਨਾਂ ਕਾਵਿ ਰਚਨਾਵਾਂ ਤੋਂ ਹੈ ਜਿਨ੍ਹਾਂ ਦੇ ਵਿੱਚ ਗੁਰਮਤਿ ਦਾ ਵਰਣਨ ਹੋਵੇ, ਯਾਨੀ ਕਿ ਗੁਰਬਾਣੀ ਦਾ ਵਰਣਨ ਹੋਵੇ, ਜਿਸ ਦੇ ਵਿੱਚ ਰੱਬ ਦਾ ਜ਼ਿਕਰ ਹੋਵੇ। ਠੀਕ ਹੈ, ਅਜਿਹੀਆਂ ਰਚਨਾਵਾਂ ਦਾ ਜਿਹੜਾ ਵਿਸ਼ਾ ਹੈ ਉਹ ਭਗਤੀ, ਪਰਮਾਤਮਾ ਦੀ ਭਗਤੀ ਹੁੰਦੀ ਹੈ। ਠੀਕ ਹੈ, ਧਾਰਮਿਕ ਰੂਪ ਹੁੰਦਾ ਹੈ, ਸਰਬੱਤ ਦਾ ਭਲਾ ਹੁੰਦਾ ਹੈ, ਯਾਨੀ ਕਿ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪਰਮਾਤਮਾ ਦੇ ਰਿਲੇਟਿਡ ਜਿਹੜੀ ਧਾਰਾ ਹੁੰਦੀ ਹੈ ਉਸਨੂੰ ਆਪਾਂ ਗੁਰਮਤਿ ਕਾਵਿ ਧਾਰਾ ਕਹਾਂਗੇ। ਠੀਕ ਹੈ, ਉਸ ਦੇ ਵਿੱਚ ਪਰਮਾਤਮਾ ਦਾ ਵਰਣਨ ਕੀਤਾ ਹੁੰਦਾ ਹੈ। ਠੀਕ ਹੈ, ਜਿਹੜੇ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵੈਰ ਵਿਰੋਧ ਰੱਖਿਆ ਜਾਂਦਾ ਸੀ, ਬਹੁਤ ਜ਼ਿਆਦਾ ਭੇਦਭਾਵ ਕੀਤਾ ਜਾਂਦਾ ਸੀ। ਠੀਕ ਹੈ, ਕਾਸਟ ਨੂੰ ਲੈ ਕੇ। ਤਾਂ ਇਹ ਜਿਹੜੀ ਕਾਵਿ ਧਾਰਾ ਆਈ ਸੀ, ਇਸ ਦੇ ਵਿੱਚ ਪਰਮਾਤਮਾ ਬਾਰੇ ਦੱਸਿਆ ਗਿਆ ਕਿ ਸਾਰੇ ਜਿਹੜੇ ਮਨੁੱਖ ਨੇ ਉਹ ਇੱਕੋ ਧਰਮ ਦੇ ਹੁੰਦੇ ਨੇ। ਇਸ ਦੇ ਵਿੱਚ ਦੱਸਿਆ ਗੁਰੂਆਂ ਦੁਆਰਾ ਰਚਨਾ ਕੀਤੀ ਗਈ ਹੈ। ਠੀਕ ਹੈ, ਉਹਨਾਂ ਨੇ ਜਿਹੜੀ ਵਰਨ ਵੰਡ ਹੈ, ਜਿਵੇਂ ਕਿ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹਨਾਂ 4 ਜਾਤਾਂ ਦੇ ਵਿੱਚ ਲੋਕਾਂ ਨੂੰ ਵੰਡਿਆ ਹੋਇਆ ਸੀ, ਉਹ ਖਤਮ ਕੀਤਾ। ਠੀਕ ਹੈ, ਜਿਹੜਾ ਮੇਨ ਮਕਸਦ ਸੀ ਉਹ ਹੈਗਾ ਸੀ ਕਿ ਪਰਮਾਤਮਾ ਦੇ ਨਾਲ ਦੁਨੀਆ ਨੂੰ ਜੋੜਨਾ। ਠੀਕ ਹੈ, ਪਰਮਾਤਮਾ ਦੀ ਭਗਤੀ, ਪਰਮਾਤਮਾ ਦੇ ਜਿਹੜਾ ਨਾਮ ਹੈ, ਜਿਹੜੀ ਬਾਹਰਲੀ ਤਪੱਸਿਆ, ਕਰਮਕਾਂਡ ਹੈ, ਉਹਨਾਂ ਨੂੰ ਖਤਮ ਕਰਨਾ ਜਿਹੜਾ ਇਸ ਦਾ ਮੇਨ ਮਕਸਦ ਸੀ। ਠੀਕ ਹੈ, ਕਾਵਿ ਧਾਰਾ ਦੇ ਵਿੱਚ ਸਿੱਖ ਗੁਰੂਆਂ ਦੁਆਰਾ ਜਿਹੜੀ ਰਚਨਾ ਕੀਤੀ ਗਈ ਹੈ। ਠੀਕ ਹੈ, ਪਰਮਾਤਮਾ ਇਫ ਦੇ ਵਿੱਚ ਦੇਖਿਆ ਜਾਵੇ ਗੁਰਮਤਿ ਕਾਵਿ ਧਾਰਾ ਬਾਰੇ, ਤਾਂ ਇਸ ਦੇ ਵਿੱਚ ਲਿਖਿਆ ਗਿਆ ਕਿ ਗੁਰਮਤਿ ਕਾਵਿ ਦਾ ਜਿਹੜਾ ਰਚਨਾ ਕਾਲ ਹੈ ਉਂਝ ਤਾਂ ਸ਼ੇਖ ਫਰੀਦ ਜੀ ਤੋਂ ਸ਼ੁਰੂ ਹੋ ਜਾਂਦਾ ਹੈ, ਪਰ ਸ਼ੇਖ ਫਰੀਦ ਜੀ ਨੂੰ ਜਿਹੜਾ ਸੂਫੀ ਕਾਵਿ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਠੀਕ ਹੈ, ਸ਼ੇਖ ਫਰੀਦ ਨੂੰ ਆਪਾਂ ਸੂਫੀ ਕਵੀ ਕਹਿੰਦੇ ਹਾਂ, ਨਾ ਕਿ ਗੁਰਮਤਿ ਕਵੀ। ਠੀਕ ਹੈ, ਗੁਰਮਤਿ ਕਾਵਿ ਦੇ ਵਿੱਚ ਜਿਹੜੇ ਨੇ ਸਿੱਖ ਗੁਰੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। 3 ਗੁਰੂ ਦਿੱਤੇ ਗਏ ਨੇ: ਸ਼੍ਰੀ ਗੁਰੂ ਨਾਨਕ ਦੇਵ ਜੀ। ਤਾਂ ਆਪਾਂ ਨੂੰ ਗੁਰਮਤਿ ਕਾਵਿ ਧਾਰਾ ਦੇ ਵਿੱਚ ਸਿਲੇਬਸ ਦੇ ਅਕੋਰਡਿੰਗ 3 ਗੁਰੂ ਦਿੱਤੇ ਗਏ ਨੇ: ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਬਾਰੇ, ਜਿਨ੍ਹਾਂ ਬਾਰੇ ਆਪਾਂ ਨੇ ਪੜ੍ਹਨਾ ਹੈ। ਠੀਕ ਹੈ, ਤਾਂ ਗੁਰਮਤਿ ਕਾਵਿ ਧਾਰਾ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ। ਗੁਰਬਾਣੀ ਵਿੱਚ ਗੁਰੂ ਕਵੀਆਂ ਨੇ ਨਾਨਕ ਨਾਮ ਦਾ ਪ੍ਰਯੋਗ ਕੀਤਾ ਹੈ। ਕੋਈ ਵੀ ਰਚਨਾ, ਜੇਕਰ ਪੇਪਰ ਦੇ ਵਿੱਚ ਕੋਈ ਵੀ ਰਚਨਾ ਆਉਂਦੀ ਹੈ, ਜੇਕਰ ਉਸ ਦੇ ਵਿੱਚ ਨਾਨਕ ਸ਼ਬਦ ਵਰਤਿਆ ਜਾਂਦਾ ਹੈ ਤਾਂ ਉਹ ਕਿਹਦੇ ਰਿਲੇਟਿਡ ਹੈ? ਤਾਂ ਉਹ ਹਮੇਸ਼ਾ ਗੁਰਮਤਿ ਕਾਵਿ ਧਾਰਾ ਦੇ ਰਿਲੇਟਿਡ ਹੋਏਗੀ। ਠੀਕ ਹੈ, ਕਿਉਂਕਿ ਉਹਦੇ ਵਿੱਚ ਨਾਨਕ ਸ਼ਬਦ ਜਿਹੜਾ ਦੇਖਣ ਨੂੰ ਮਿਲਦਾ ਹੈ। ਇਸ ਵੇਲੇ ਜਦੋਂ ਕਿਸੇ ਸ਼ਬਦ ਵਿੱਚ ਨਾਨਕ ਨਾਮ ਆਵੇ ਤਾਂ ਉਸ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਇਹ ਰਚਨਾ ਗੁਰੂ ਨਾਨਕ ਦੇਵ ਜੀ ਦੀ ਹੈ, ਸਗੋਂ ਸੰਬੰਧਿਤ ਗੁਰੂ ਬਾਕੀ ਸਿੱਖ ਗੁਰੂਆਂ ਦੁਆਰਾ ਵੀ ਆਪਣੀ ਰਚਨਾਵਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਕਰਕੇ ਇਹ ਲਾਈਨ ਕਹੀ ਗਈ ਹੈ। ਠੀਕ ਹੈ, ਜਿਵੇਂ ਦੇਵ ਜੀ ਦੀ ਇਹ ਤੁਕ ਹੈ। ਠੀਕ ਹੈ, ਇਸ ਦੇ ਵਿੱਚ ਇਹਨਾਂ ਨੇ ਨਾਨਕ ਵਰਡ ਯੂਜ਼ ਕਰਿਆ ਹੈ। ਤਾਂ ਇਹ ਲਾਈਨ ਤੋਂ ਆਪਾਂ ਇਹ ਨਹੀਂ ਸੋਚਤਾ, ਇਹ ਪੰਕਤੀ ਤੋਂ ਆਪਾਂ ਨੇ ਇਹ ਨਹੀਂ ਸੋਚਣਾ ਹੈਗਾ ਕਿ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਹੈ। ਠੀਕ ਹੈ, ਕਿਉਂਕਿ ਬਾਕੀ ਸਿੱਖ ਗੁਰੂਆਂ ਦੁਆਰਾ ਵੀ ਨਾਨਕ ਸ਼ਬਦ ਜਿਹੜਾ ਪ੍ਰਯੋਗ ਦੇ ਵਿੱਚ ਲਿਆਂਦਾ ਗਿਆ ਹੈ। ਓਕੇ ਜੀ, ਉਸ ਤੋਂ ਬਾਅਦ ਦੇਖੋ ਅੱਗੇ ਧਿਆਨ ਦਿਓ ਕਿ ਸਿੱਖਾਂ ਦੇ 10 ਗੁਰੂਆਂ ਦੇ ਵਿੱਚੋਂ 7 ਗੁਰੂ ਜਿਹੜੇ ਨੇ ਕਵੀ ਸਨ। ਠੀਕ ਹੈ, ਯਾਨੀ ਕਿ ਜਿਨ੍ਹਾਂ ਦੀ ਵੱਖ-ਵੱਖ ਕਾਵਿ ਧਾਰਾਵਾਂ ਦੇ ਵਿੱਚ ਰਚਨਾਵਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ। ਠੀਕ ਹੈ ਜੀ। ਠੀਕ ਹੈ, ਤਾਂ ਹੁਣ ਤੁਹਾਨੂੰ ਗੁਰਮਤਿ ਕਾਵਿ ਬਾਰੇ ਪਤਾ ਲੱਗ ਗਿਆ ਹੋਊਗਾ ਕਿ ਗੁਰਮਤਿ ਕਾਵਿ ਧਾਰਾ ਕਦੋਂ ਆਈ ਸੀ। 11ਵੀਂ 12ਵੀਂ ਸਦੀ ਦੇ ਵਿੱਚ ਜਿਹੜੀ ਹੈ ਇਹ ਉੱਭਰ ਕੇ ਸਾਹਮਣੇ ਆਈ ਸੀ। ਠੀਕ ਹੈ, ਇਸ ਦਾ ਮੇਨ ਸਿਧਾਂਤ ਕੀ ਸੀ? ਪਰਮਾਤਮਾ ਦੇ ਨਾਲ ਇਨਸਾਨ ਨੂੰ ਜੋੜਨਾ। ਜਿਹੜੇ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕੱਟੜਤਾਵਾਂ ਜਾਂ ਫਿਰ ਕਹਿ ਲਓ ਭੇਦਭਾਵ ਕੀਤਾ ਜਾਂਦਾ ਸੀ, ਉਸ ਨੂੰ ਖਤਮ ਕਰਨਾ। ਠੀਕ ਹੈ, ਮਾਨਵਤਾ ਜਿਹੜੀ ਹੈ ਇਸਦਾ ਇੱਕ ਤਰ੍ਹਾਂ ਦੀ ਭਗਤੀ ਲਹਿਰ ਸੀ। ਠੀਕ ਹੈ, ਭਗਤੀ ਲਹਿਰ ਸੀ। ਇਹ ਭਗਤੀ ਲਹਿਰ ਪਹਿਲੀ ਵਾਰੀ ਇੱਕ ਅਜਿਹੀ ਸਮਾਜਿਕ ਲਹਿਰ ਦੇ ਰੂਪ ਵਿੱਚ ਉਦੈ ਹੋਈ ਸੀ ਜਿਸ ਨੇ ਸਮਾਜਿਕ ਮੁਕਤੀ ਦਾ ਨਾਅਰਾ ਦਿੱਤਾ ਸੀ। ਠੀਕ ਹੈ, ਸਮਾਜ ਦੇ ਵਿੱਚ ਫੈਲੇ ਹੋਏ ਅੰਧ ਵਿਸ਼ਵਾਸ,
ਛੂਤ-ਛਾਤ ਦਾ ਇਹਨਾਂ ਨੇ ਵਿਰੋਧ ਕੀਤਾ। ਇੱਕ ਅਜਿਹੇ ਧਰਮ ਦੀ ਨੀਂਹ ਰੱਖੀ ਸੀ ਜਿਸ ਦਾ ਆਧਾਰ ਮੇਨ ਕੀ ਸੀ, ਮਾਨਵਵਾਦ, ਜਿਸ ਦਾ ਮਤਲਬ ਹੁੰਦਾ ਹੈ ਕਿ ਸਰਬੱਤ ਦਾ ਭਲਾ। ਠੀਕ ਹੈ, ਇੱਕ ਤਰ੍ਹਾਂ ਦੀ ਪਰਮਾਤਮਾ ਦੀ ਲਹਿਰ ਸੀ ਇਹ, ਭਗਤੀ ਲਹਿਰ ਇਸ ਨੂੰ ਕਹਿੰਦੇ ਨੇ। ਇਸ ਦਾ ਮੇਨ ਜਿਹੜਾ ਮਕਸਦ ਹੁੰਦਾ ਸੀ, ਇਸ ਦਾ ਜਿਹੜਾ ਮੇਨ ਮਕਸਦ ਸੀ ਉਹ ਹੈਗਾ ਸੀ ਪਰਮਾਤਮਾ ਦੀ ਭਗਤੀ। ਠੀਕ ਹੈ, ਇਹ ਗੁਰਮਤਿ ਕਾਵਿ-ਧਾਰਾ ਦੇ ਅੰਡਰ ਆਉਂਦਾ ਹੈ। ਹੁਣ ਆਪਾਂ ਨੂੰ ਗੁਰਮਤਿ ਕਾਵਿ-ਧਾਰਾ ਦੇ ਵਿੱਚ 3 ਕਵੀ ਦਿੱਤੇ ਗਏ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਅਮਰਦਾਸ ਜੀ। ਪਹਿਲਾਂ ਹੁਣ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜ੍ਹਾਂਗੇ। ਹੁਣ ਦੇਖੋ, ਜੇਕਰ ਕੁਐਸਚਨ ਆਵੇ ਕਿ ਗੁਰਮਤਿ ਕਾਵਿ-ਧਾਰਾ ਦਾ ਮੋਢੀ ਕੌਣ ਹੈ, ਤਾਂ ਗੁਰਮਤਿ ਕਾਵਿ-ਧਾਰਾ ਦਾ ਜਿਹੜਾ ਮੋਢੀ ਹੈ ਜਾਂ ਬਾਨੀ ਪੁੱਛਿਆ ਜਾ ਸਕਦਾ ਹੈ ਜਾਂ ਮੋਢੀ ਪੁੱਛਿਆ ਜਾ ਸਕਦਾ ਹੈ, ਤਾਂ ਉਹ ਹੈਗੇ ਨੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ। ਠੀਕ ਹੈ, ਸ਼੍ਰੀ ਗੁਰੂ ਨਾਨਕ ਦਾ ਜਨਮ ਕਦੋਂ ਹੋਇਆ ਸੀ? 1469 ਈਸਵੀ ਦੇ ਵਿੱਚ। ਠੀਕ ਹੈ, ਤੇ ਉਹ ਜੋਤੀ ਜੋਤ ਕਦੋਂ ਸਮਾਏ ਸਨ? 1539 ਈਸਵੀ ਦੇ ਵਿੱਚ। ਯਾਦ ਰੱਖਿਓ। ਠੀਕ ਹੈ, ਪਹਿਲੇ ਗੁਰਮਤਿ ਕਵੀ ਬਾਰੇ ਪੜ੍ਹ ਰਹੇ ਹਾਂ ਆਪਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ, ਜਿਨ੍ਹਾਂ ਦਾ ਜਨਮ 1469 ਦੇ ਵਿੱਚ ਹੋਇਆ ਸੀ, ਤੇ ਕਦੋਂ ਜੋਤੀ ਜੋਤ ਸਮਾਏ ਸਨ? 1539 ਈਸਵੀ ਦੇ ਵਿੱਚ। ਠੀਕ ਹੈ, ਇਹ ਸਿੱਖ ਧਰਮ ਦੇ ਪਹਿਲੇ ਗੁਰੂ ਸਨ। ਠੀਕ ਹੈ, ਗੁਰਮਤਿ ਕਾਵਿ-ਧਾਰਾ ਦੇ ਬਾਨੀ ਜਾਂ ਮੋਢੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਜੇਕਰ ਕੁਐਸਚਨ ਆਵੇ ਕਿ ਪੰਜਾਬੀ ਦੇ ਸ਼੍ਰੇਸ਼ਟ ਕਵੀ ਕੌਣ ਹੋਏ ਹਨ, ਤਾਂ ਉਹ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਏ ਹਨ। ਠੀਕ ਹੈ ਜੀ, ਇਹਨਾਂ ਦੇ ਮਾਤਾ ਦਾ ਨਾਮ ਹੈਗਾ ਸੀ ਮਾਤਾ ਤ੍ਰਿਪਤਾ ਜੀ, ਤੇ ਪਿਤਾ ਦਾ ਨਾਮ ਹੈਗਾ ਸੀ ਜੀ ਮਹਿਤਾ ਕਾਲੂ। ਇਹਨਾਂ ਦਾ ਜਨਮ ਜਿਹੜਾ ਨਨਕਾਣਾ ਸਾਹਿਬ ਵਿਖੇ ਹੋਇਆ ਸੀ, ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ। ਇਸ ਸਥਾਨ ਨੂੰ ਰਾਏ ਭੋਏ ਦੀ ਤਲਵੰਡੀ ਵੀ ਕਿਹਾ ਜਾਂਦਾ ਸੀ। ਓਕੇ ਜੀ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਇੰਪੋਰਟੈਂਟ ਤੇ ਬੇਸਿਕ ਗੱਲਾਂ ਨੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਵਿੱਚ ਪਹਿਲੀ ਪਾਤਸ਼ਾਹੀ ਦੇ ਜਿਹੜੇ ਨੇ 974 ਸ਼ਬਦ ਦਰਜ ਹਨ। ਕਿੰਨੇ ਨੇ? 974 ਸ਼ਬਦ। ਯਾਦ ਰੱਖਿਓ ਤੇ ਕਾਪੀ ਤੇ ਵੀ ਨੋਟ ਕਰ ਲਿਓ। ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿੰਨੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਤਾਂ 974 ਸ਼ਬਦ ਜਿਹੜੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਮਲ ਕੀਤੇ ਗਏ ਨੇ। ਠੀਕ ਹੈ, ਉਹਨਾਂ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ? ਤਾਂ ਉਹਨਾਂ ਨੇ 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ। ਕਿੰਨੇ ਰਾਗਾਂ ਦੇ ਵਿੱਚ? 19 ਰਾਗਾਂ ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ ਹੈ, ਕੁਐਸਚਨ ਆ ਸਕਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਗਈ ਹੈ? ਤਾਂ ਉਹ ਰਚੀ ਗਈ ਹੈ ਜੀ 19 ਰਾਗਾਂ ਦੇ ਵਿੱਚ। ਠੀਕ ਹੈ ਜੀ, ਉਹਨਾਂ ਦੀ ਬਾਣੀ ਦੇ ਵਿੱਚ ਫਾਰਸੀ, ਅਰਬੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਠੀਕ ਹੈ, ਉਹਨਾਂ ਦੁਆਰਾ ਰਚਨਾਵਾਂ ਕਿਹੜੇ ਕਿਹੜੇ ਕਾਵਿ ਰੂਪਾਂ ਦੇ ਵਿੱਚ ਕੀਤੀ ਗਈ ਹੈ? ਤਾਂ ਦੇਖੋ, ਉਹਨਾਂ ਨੇ ਸ਼ਲੋਕ ਹੋ ਗਏ, ਛੰਦ, ਸੋਹਲੇ, ਵਾਰ, ਬਾਰਾਂਮਾਹ ਹੋ ਗਈਆਂ, ਅਸ਼ਟਪਦੀਆਂ ਆਦਿ ਕਾਵਿ ਰੂਪਾਂ ਦੇ ਵਿੱਚ ਉਹਨਾਂ ਨੇ ਜਿਹੜੀ ਆ ਬਾਣੀ ਰਚੀ ਹੈ। ਠੀਕ ਹੈ, ਕਿਹੜੀ ਕਿਹੜੀ ਹੋ ਗਈਆਂ? ਛੰਦ ਹੋ ਗਏ ਆਪਣੇ ਕੋਲ, ਸ਼ਲੋਕ ਹੋ ਗਏ, ਠੀਕ ਹੈ, ਹੋ ਗਈਆਂ, ਬਾਰਾਂਮਾਹ ਹੋ ਗਿਆ, ਬਾਰਾਂਮਾਹ ਤੋਂ ਬਾਅਦ ਜਿਹੜੀਆਂ ਅਸ਼ਟਪਦੀਆਂ ਹੁੰਦੀਆਂ ਨੇ ਉਹ ਹੋ ਗਈਆਂ। ਠੀਕ ਹੈ, ਉਸ ਤੋਂ ਇਹਨਾਂ ਬਾਰਾਂਮਾਹ ਹੋ ਗਈਆਂ, ਅਸ਼ਟਪਦੀਆਂ ਹੋ ਗਈਆਂ। ਠੀਕ ਹੈ, ਤਾਂ ਇਹਨਾਂ ਕਾਵਿ ਰੂਪਾਂ ਦੇ ਵਿੱਚ ਉਹਨਾਂ ਦੁਆਰਾ ਜਿਹੜੀ ਬਾਣੀ ਆ ਉਹ ਰਚੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਕਿਹੜੀਆਂ ਨੇ? ਤਾਂ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਮ ਲਿਖ ਲਓ ਜੀ ਇੱਥੇ। ਤਾਂ ਉਹਨਾਂ ਦੀ ਸਭ ਤੋਂ ਪ੍ਰਸਿੱਧ ਰਚਨਾ ਹੈਗੀ ਹੈ ਜੀ ਜਪਜੀ ਸਾਹਿਬ। ਇਹ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਹੈ। ਠੀਕ ਹੈ, ਦੂਜੀ ਹੈਗੀ ਹੈ ਜੀ ਆਸਾ ਦੀ ਵਾਰ। ਇਹਨੂੰ ਨਾਲ ਨਾਲ ਕਾਪੀ ਤੇ ਨੋਟ ਕਰਦੇ ਰਹਿਣਾ। ਦੂਜੀ ਹੈਗੀ ਹੈ ਆਸਾ ਦੀ ਵਾਰ। ਥਰਡ ਕੀ ਹੈ ਜੀ? ਥਰਡ ਹੈਗੀ ਆਪਣੇ ਕੋਲ ਸਿੱਧ ਗੋਸ਼ਟ। ਠੀਕ ਹੈ, ਸਿੱਧ ਗੋਸ਼ਟ, ਇਹ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਵੈਰੀ ਆਸਾ, ਵਾਰ ਰਾਗ ਮਾਝ ਹੋ ਗਿਆ, ਵਾਰ ਰਾਗ ਮਲਾਰ ਹੋ ਗਿਆ। ਠੀਕ ਹੈ, ਸੋਹਲੇ ਹੋ ਗਏ, ਅਲਾਉਣੀਆਂ ਹੋ ਗਈਆਂ, ਬਾਬਰਵਾਣੀ। ਵੈਰੀ ਵੈਰੀ ਇੰਪੋਰਟੈਂਟ, ਇਸ ਨੂੰ ਸਟਾਰ ਮਾਰਕ ਕਰ ਲਓ। ਬਾਬਰਵਾਣੀ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਅਸ਼ਟਪਦੀਆਂ ਹੋ ਗਿਆ, ਦੱਖਣੀ ਓਅੰਕਾਰ ਹੋ ਗਏ, ਕੁਝ ਸ਼ਬਦ ਤੇ ਕੁਝ ਸ਼ਲੋਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਸ਼ਬਦ ਨੇ? 974 ਸ਼ਬਦ। ਸ਼੍ਰੀ 974 ਸ਼ਬਦ ਜਿਹੜੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਜ ਹਨ। ਠੀਕ ਹੈ, ਉਹਨਾਂ ਦੀ ਬਾਣੀ ਦੇ ਮੇਨ ਵਿਸ਼ੇ ਜਿਹੜੇ ਨੇ ਪਰਮਾਤਮਾ ਦੇ ਸੰਬੰਧੀ ਨੇ। ਠੀਕ ਹੈ, ਤਾਂ ਜਿਹੜੇ ਨੇ ਮੂਲ ਰੂਪ ਦੇ ਵਿੱਚ ਇੱਕ ਅਧਿਆਤਮਿਕ ਅਤੇ ਰਹੱਸਵਾਦੀ ਕਵੀ ਸਨ। ਇਹ ਲਾਈਨ ਤੁਸੀਂ ਨੋਟ ਕਰ ਸਕਦੇ ਹੋ। ਇਸ ਲਈ ਜੋ ਦੇਖੋ 1 ਜਾਂ 2 ਕੁਐਸਚਨ ਜ਼ਰੂਰ ਬਣੇਗਾ। ਠੀਕ ਹੈ, ਰਚਨਾ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਕਿ ਕਿਹਨਾਂ ਦੁਆਰਾ ਲਿਖੀ ਗਈ ਹੈ, ਜਾਂ ਫਿਰ ਉੱਪਰ ਕਿਸੇ ਗੁਰੂ ਦਾ ਨਾਮ ਦੇ ਕੇ ਨੀਚੇ ਰਚਨਾਵਾਂ ਪੁੱਛੀਆਂ ਜਾ ਸਕਦੇ ਨੇ, ਇਹਨਾਂ ਵਿੱਚੋਂ ਕਿਹੜੇ ਗੁਰੂ ਦੀ ਕਿਹੜੀ ਰਚਨਾ ਹੈ। ਠੀਕ ਹੈ, ਤਾਂ ਇਸ ਕਰਕੇ ਰਚਨਾਵਾਂ ਨੂੰ ਜਿਹੜਾ ਜ਼ਰੂਰ ਯਾਦ ਕਰ ਲੈਣਾ। ਦੇਵ ਜੀ ਦੀਆਂ ਜਿਹੜੇ 2 ਪ੍ਰਸਿੱਧ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ 2 ਪ੍ਰਸਿੱਧ ਬਾਣੀਆਂ ਨੇ ਉਹ ਹੈਗੇ ਜੀ, ਇੱਕ ਜਪਜੀ ਸਾਹਿਬ, ਇੱਕ ਹੈਗੇ ਜੀ ਆਸਾ ਦੀ ਵਾਰ। ਠੀਕ ਹੈ, ਜਪਜੀ ਸਾਹਿਬ ਨੂੰ ਪਹਿਲੀਆਂ 5 ਬਾਣੀਆਂ ਦੇ ਵਿੱਚ ਜਿਹੜੀਆਂ ਸਵੇਰ ਦੀਆਂ ਬਾਣੀਆਂ ਹੁੰਦੀਆਂ ਨੇ, ਜਿਹੜੀਆਂ ਕਿ ਸਵੇਰ ਦੀ ਬਾਣੀਆਂ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਸ਼ਾਮਿਲ ਕੀਤਾ ਗਿਆ, ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਸ਼ਾਮਿਲ ਕੀਤਾ ਗਿਆ ਜਪਜੀ ਸਾਹਿਬ ਨੂੰ। ਠੀਕ ਹੈ ਜੀ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਸਾਰੇ ਸ਼ਲੋਕ ਅਤੇ ਬਹੁਤ ਸਾਰੇ ਸ਼ਬਦ ਦੇਖਣ ਨੂੰ ਮਿਲਦੇ ਨੇ। ਜਿਵੇਂ ਕੁਐਸਚਨ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ, ਜਿਵੇਂ ਆਪਾਂ ਨੂੰ ਨਾਮ ਦੇ ਕੇ ਪੁੱਛਿਆ ਜਾ ਸਕਦਾ ਕਿ ਪਵਨ ਗੁਰੂ ਪਾਣੀ ਪੀਤਾ ਕਿਹੜਾ ਕਾਵਿ ਰੂਪ ਹੈ? ਛੰਦ ਹੈ, ਜਾਂ ਫਿਰ ਸ਼ਲੋਕ ਹੈ, ਜਾਂ ਫਿਰ ਸ਼ਬਦ ਹੈ, ਜਾਂ ਫਿਰ ਕੋਈ ਅਸ਼ਟਪਦੀ ਹੈ, ਜਾਂ ਫਿਰ ਵਾਰ ਹੈ। ਤਾਂ ਇਹ ਇੱਕ ਤਰੀਕੇ ਦਾ ਸ਼ਲੋਕ ਹੈ। ਤਾਂ ਇਹ ਕੀ ਹੈ ਜੀ? ਸ਼ਲੋਕ ਹੈ। ਇਹਦਾ ਰਾਈਟ ਆਨਸਰ ਹੋਏਗਾ ਸ਼ਲੋਕ। ਠੀਕ ਹੈ, ਤਾਂ ਇਹ ਕਿਸ ਤਰ੍ਹਾਂ ਦਾ ਕਾਵਿ ਰੂਪ ਹੈ? ਇਹ ਹੈਗਾ ਜੀ ਸ਼ਲੋਕ। ਇਸ ਤੋਂ ਦੁਆਰਾ ਬਹੁਤ ਸਾਰੇ ਸ਼ਬਦ ਵੀ ਰਚੇ ਗਏ ਨੇ। ਦੇਖੋ, ਆਪਾਂ ਨੂੰ ਜਿਹੜਾ ਐਗਜ਼ਾਮ ਦਾ ਲੈਵਲ ਹੈ ਆਪਾਂ ਨੂੰ 10th ਤੱਕ ਦਾ ਦਿੱਤਾ ਗਿਆ ਹੈ, ਲੇਕਿਨ ਤਾਂ ਜਿਹੜਾ ਆਪਾਂ ਨੂੰ PSCB ਦੀ ਬੁੱਕਸ ਦੇ ਵਿੱਚ, ਪੰਜਾਬ ਸਕੂਲ ਐਜੂਕੇਸ਼ਨ ਬੋਰਡਸ ਦੇ ਵਿੱਚ ਜਿਹੜੀਆਂ ਉਹਨਾਂ ਦੀ ਰਚਨਾਵਾਂ ਦਿੱਤੀਆਂ ਗਈਆਂ ਨੇ, ਤਾਂ ਉਹ ਇਹ ਰਚਨਾਵਾਂ ਨੇ। ਠੀਕ ਹੈ, ਪਵਨ ਗੁਰੂ ਪਾਣੀ ਪੀਤਾ ਹੋ ਗਿਆ, ਫੱਕੜ ਜਾਤੀ ਫੱਕੜ ਨਾਓ, ਹੱਕ ਪਰਾਇਆ ਨਾਨਕਾ। ਠੀਕ ਹੈ, 5 ਨਿਵਾਜਾ ਵਕਤ 5 ਪੰਜਾ ਪੰਜੇ ਨਾਓ, ਇਹ ਵੀ ਰਚਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਇਹ ਉਸ ਤੋਂ ਅਗਲੀ ਰਚਨਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਦੁੱਖ ਦਾਰੂ ਸੁਖ ਰੋਗ ਭਇਆ ਰਚਨਾ ਵੀ ਉਹਨਾਂ ਦੀ ਹੈ। ਨਾਵਣ ਚੱਲੇ ਤੀਰਥੀ, ਮਾਗ ਪੁਨੀਤ ਪਈ, ਸੋ ਕਿਉ ਮੰਦਾ ਆਖੀਐ ਗਗਨ ਮੈਂ ਥਾਲ।
ठीक है। रचनावां दे नाम जिहड़े ने जरूर याद कर लेना। कोई भी एक रचना दे के पूछा जा सकता है कि किहड़े गुरु द्वारा लिखी गई है, तो तुहानूं पता होना चाहिए है कि ये जिहड़ी रचना है ये लिखी गई है जी श्री गुरु नानक देव जी दे द्वारा। ठीक है, इसनूं कॉपी दे विच जरूर नोट कर लेना। उस तो इलावा इन्हां दा श्लोक है पवन गुरु पानी पीता। ठीक है, रचना दे नाल नाल तुसीं इसनूं भी पढ़ो। ठीक है, क्योंकि हो सकता है कि कोई पूरी एक तुक दे के पूछा जा सकता है कि इस दे विच धरत दा मतलब की है श्री गुरु नानक देव जी दे द्वारा, या लाइन जिवें कि आ पंक्ति दे के पूछा जा सकता है कि इस पंक्ति दे विच श्री गुरु नानक देव जी ने दिवस किसनूं कहा है। तो इसकी जिहड़ी एक्सप्लेनेशन है ਉਹ ਨੀਚੇ ਮੈਂਸ਼ਨ ਕੀਤੀ ਗਈ ਹੈ। ਠੀਕ ਹੈ, ਤਾਂ ਇਸ ਕਰਕੇ ਸਾਰੀਆਂ ਰਚਨਾਵਾਂ ਦੇ ਜਿਹੜੇ ਅਰਥ ਹੋਣਗੇ ਕੋਸ਼ਿਸ਼ ਕਰਿਓ ਤੁਸੀਂ ਉਹ ਵੀ ਪੜ੍ਹ ਲਓ। ਇਹ ਜਿੰਨੀਆਂ ਵੀ ਰਚਨਾਵਾਂ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਹਨਾਂ ਸਾਰਿਆਂ ਦਾ PDF ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਾ ਦੇਵਾਂਗੀ। ਤੋਂ ਇਲਾਵਾ ਹੁਣ ਇੱਕ ਪੁਆਇੰਟ ਹੋਰ ਨੋਟ ਕਰੋ ਕਿ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਉਹਨਾਂ ਦੇ ਵਿਸ਼ੇ ਜਿਹੜੇ ਨੇ ਅਨੇਕ ਪੱਖੀ ਨੇ। ठीक है, यानी कि काफ़ी पक्षों तो जी उन्होंने गल की है, लेकिन जेकर आप बेसिकली गल करिए वर्गीकरण करिए तो इन रचनाएं उन्होंने विषयों को 3 भागों के वंडिया गया, यानी कि 3 वर्गों के वंडिया गया। किहड़े वर्ग ने जी? सब तो पहला हैगा अपने को अध्यात्मिक। ठीक है, किहड़े ने? अध्यात्मिक, जिस दे विच परमात्मा का जिक्र किया जाता है। ठीक है, सैकेंड है समाजिक, जिस दे विच उन्होंने समाजिक जिहड़े भेदभाव ने कर्मकांड ने उन्हां दी निखेधी की है। ठीक है, थर्ड हैगा जी राजनीतिक। ठीक है, ये 3 वर्गों को जिहड़ा आपां उन्हां दे विषयां दे अकॉर्डिंग वंड सकते हाँ। उस च गुरु नानक देव जी ही अजिहे पहले कवि होए ने जिन्हां ने अध्यात्मिकवादी चिंतक होने के बावजूद भी अपने समय की जिहड़ी उस समय की राजनीति सी, ठीक है, उन्हां नूं दर्शाया। गुरु नानक देव जी की बाणियां केवल अध्यात्मक ही नहीं सी, सगों समुचे समाज के लिए एक तरीके दे नाल नवीं जीवन जाच भी सिखाउंदी है। ठीक है, उन्होंने कम ने, ठीक है, उन्होंने जो उन्होंने काम किए ने, ठीक है, जो उन्होंने जिहड़ा लोकां ते तसीहे दिते ने उहदा जिहड़ा उन्होंने जोरदार शब्दों के विच जिहड़ा आपां कह सकते कि विरोध भी किया है। ठीक है, देव जी दी जिहड़ी रचना है वो सिर्फ विषय पक्षों ही नहीं सगों रूप पक्षों भी जिहड़ी है एक सनातनी रचना है, यानी कि क्लासिक रचना है। ठीक है, ये भी नोट करके रख सकते हो तुसीं। श्री गुरु नानक देव जी की जिहड़ी जिन्नी भी बाणी आ वो सारी रागबद्ध है, सिर्फ एक बाणी नूं छड्ड के। ठीक है, सारी बाणी जिहड़ी है उन्हां दी ओह रागबद्ध है, यानी कि उन्होंने सारियां बाणियां जिहड़ियां ने वो राग दे विच ही लिखियां ने। ठीक है, जपजी साहिब नूं छड्ड के बाकी जिन्नियां भी बाणियां ने वो सारियां रागबद्ध ने। ये भी जिहड़ियां ने तुसीं याद रखना लाइन। ठीक है, उस तो बाद जे आपां गल करिए गुरु नानक देव जी की बाणी किस तरह की सी, तां गुरु नानक देव जी की जिहड़ी बाणी की भाषा है उस समय की लोक भाषा है, जिस दे विच अरबी हो गई, फारसी हो गई, संस्कृत हो गई, ठीक है, साध भाषा हो गई, उस तरह की शब्दावली जिहड़ी मिली हुई है। ठीक है, भाषा नूं जेकर आपां पढ़दे हां तां बहुत ही अलंकृत है। ठीक है, यानी कि उस दे विच काफ़ी तरह के अलंकार भी देखने को मिलते हैं। गुरु साहिब की शैली जिहड़ी है उपदेशात्मक के नाल नाल व्यंगात्मक भी है। ठीक है, उन्होंने जिहड़ी रचना है उसकी शैली जिहड़ी है उपदेशात्मक तो है ही है, नाल जिहड़ी है कि है व्यंगात्मक है, क्योंकि उस समय दी जिहड़ी सरकारां नूं उन्होंने व्यंग दिता सी अपनी रचना के थ्रू। ठीक है जी, ये कुछ इंपोर्टेंट चीज़ां जिहड़ियां ने श्री गुरु नानक देव जी के द्वारा आपां नूं दस्सियां गईयां ने। जिन्हें रावी दरिया के कंढे एक नगर वसाया सी जिसका नाम है करतारपुर। ठीक है, श्री गुरु नानक देव जी ने कित्थे वसाया सी? रावी दरिया के कंढे एक नगर वसाया सी जिसनों आपां करतारपुर के नाम नाल जानते हैं। ठीक है, उन्होंने जिहड़ी अपनी अखीरली उम्र है उस जगह ते जिहड़ी है बिताई है, उत्थे उन्होंने खेती की ते आखिर समय 1539 ईस्वी नूं जिहड़े ने वो ज्योति जोत समा गए सी। ठीक है, तो श्री गुरु नानक देव जी ने केवल बाणी ही नहीं रची सी, सगों महान समाज सुधारक वालों भी उन्होंने जिहड़ा समाज दे विच काफ़ी ज़्यादा चेंज लियाउण दी कोशिश की है। ठीक है, उन्होंने सच के मार्ग ते चलण का उपदेश दिता है। 4 उदासियां कीतियां ने। ठीक है, 4 उदासियां समय उन्होंने परमात्मा के नाम का बहुत ज़्यादा जिहड़ा प्रचार है वो श्री गुरु नानक देव जी के द्वारा जिहड़ा है वो किया गया है। तो उन्होंने प्रसिद्ध रचनावां हैगियां सी जी जपजी साहिब ते आसा दी वार। बाकी मैं तुहानूं लिखाए ने वो जरूर तुसीं कॉपी ते नोट कर लेना, क्योंकि उन्होंने विचों 1 या 2 क्वेश्चन जरूर बनेगा। जिवें सो क्यों मंदा आखिए लिख के पूछा जा सकता है कि किस दी रचना है, या फिर ऑप्शनां दे दित्तियां जा सकदियां ने कि इन्हां विचों किहड़ी रचना जिहड़ी है श्री गुरु नानक देव जी की है। ठीक है, तो जिन्नियां भी रचनावां मैं तुहानूं दस्सियां ने उसनूं कॉपी दे विच जरूर नोट कर लेना। बाकी जिहड़ा तुहानूं मैं टैलीग्राम ग्रुप दे विच अवेलेबल करा देवांगी, टैलीग्राम का लिंक जिहड़ा है वो डिस्क्रिप्शन बॉक्स दे विच मिल जाएगा, जां ग्राम ते सर्च भी कर सकते हो। एजुकेशन कोर भर के जिहड़ा तुहाडे सामने टैलीग्राम ग्रुप आ जाएगा, तुसीं उत्थे भी जिहड़ा सर्च करके भी जिहड़ा ज्वाइन कर सकते हो। ठीक है जी, तो हुण इस वीडियो दे विच आपां ने की कवर करिया, तो इस दे विच आपां ने गुरमत काव बारे जाणिया कि गुरमत काव की हुंदी है, कदों शुरू हुई, की इसदे सिद्धांत सन। ठीक है, फिर उस तो बाद आपां ने श्री गुरु नानक देव जी बारे पढ़िया कि उन्हां दी रचनावां किहड़ियां ने, किहड़े शब्द उन्हां द्वारा लिखे गए ने, कि उन्हां दे भगती दे सिद्धांत रहे ने, वो सारे आपां ने कवर कीते ने। ठीक है, सैकेंड वीडियो दे विच आपां गुरु अमरदास जी ते गुरु अर्जन देव जी दी रचनावां उन्हां दी जिन्ने भी शब्द ने उन्हां नूं पढ़ांगे। ठीक है, जिहड़ा आपां सैकेंड पार्ट है सैकेंड वीडियो दे विच कवर करांगे, जिस दे विच गुरु अमरदास जी ते गुरु अर्जन देव जी बारे जिहड़ा आपां डिटेल दे विच
ਪੜਾਂਗੇ। ਠੀਕ ਹੈ, ਇਸੇ ਤਰ੍ਹਾਂ ਅਪਕਮਿੰਗ ਵੀਡੀਓਜ਼ ਦੇ ਵਿੱਚ ਆਪਾਂ ਸੂਫੀ ਕਾਵ ਬਾਰੇ ਪੜਾਂਗੇ। 4 ਕਾਵ ਜਿਹੜੇ ਨੇ ਆਪਾਂ ਕੰਪਲੀਟ ਕਰਕੇ ਫਿਰ ਆਪਾਂ ਜਿਹੜਾ ਆਧੁਨਿਕ ਪੰਜਾਬੀ ਕਵਿਤਾ ਜਿਵੇਂ ਕਿ ਭਾਈ ਵੀਰ ਸਿੰਘ ਹੋ ਗਏ, ਧਨੀ ਰਾਮ ਚਾਤ੍ਰਿਕ ਹੋ ਗਏ, ਇਹਨਾਂ ਬਾਰੇ ਪੜਾਂਗੇ। ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਇਹਨਾਂ ਨੂੰ ਜ਼ਰੂਰ ਕਵਰ ਕਰ ਲੈਣਾ। ਗ੍ਰਾਮਰ ਦੀ ਜੇਕਰ ਗੱਲ ਕਰੀਏ, ਦੇਖੋ ਜੇਕਰ ਤੁਸੀਂ ਗ੍ਰਾਮਰ ਕਰਨਾ ਚਾਹੁੰਦੇ ਹੋ ਤਾਂ ਆਲਰੇਡੀ ਇੱਕ ਸੈਪਰੇਟ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਭਾਸ਼ਾ ਤੇ ਉਪਭਾਸ਼ਾ ਵੀ ਹੋ ਚੁੱਕੀ ਹੈ, ਲਿਪੀ ਅਤੇ ਗੁਰਮੁਖੀ ਲਿਪੀ ਵੀ ਹੋ ਚੁੱਕੀ ਹੈ, ਧੁਨੀ ਬੋਧ ਤੋਂ ਲੈ ਕੇ ਵਾਕ ਬੋਧ ਤੱਕ ਵੀ ਕਰਾ ਦਿੱਤੇ ਗਏ ਨੇ। ਠੀਕ ਹੈ, ਵਿਸ਼ਰਾਮ ਚਿੰਨ੍ਹ ਵੀ ਹੋ ਚੁੱਕੇ ਨੇ, ਲਗਭਗ ਮੁਹਾਵਰੇ ਖੋਤਾਂ ਵੀ ਕਰਾ ਦਿੱਤੀਆਂ ਗਈਆਂ ਨੇ। ਸਿਰਫ ਲਾਸਟ ਪਾਰਟ ਜਿਹੜਾ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਨਹੀਂ ਕਰਾਇਆ ਗਿਆ ਹੈਗਾ। ਬਾਕੀ ਸਾਰਾ ਵਿਆਕਰਨ ਦਾ ਪਾਰਟ ਜਿਹੜਾ ਆਲਰੇਡੀ ਕਵਰ ਹੈ, ਉਸ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਤੁਸੀਂ ਚੈੱਕ ਕਰ ਲੈਣਾ। ਜਾਂ ਫਿਰ ਜਿਹੜੀ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ, ਪਲੇਲਿਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਥੇ ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਜਿਸ ਦਾ ਨਾਮ ਹੈ ETT 5994 ਵਿਆਕਰਨ। ਠੀਕ ਹੈ, ETT 5994 ਵਿਆਕਰਨ, ਉਹ ਤੁਸੀਂ ਖੋਲੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਕਲਾਸਿਸ ਜਿਹੜੀਆਂ ਨੇ ਉਹ ਚੈਪਟਰ ਵਾਈਜ਼ ਦੇਖਣ ਨੂੰ ਮਿਲ ਜਾਣਗੀਆਂ। ਤੁਸੀਂ ਜਾ ਕੇ ਜਿਹੜਾ ਉਹਨਾਂ ਨੂੰ ਵੀ ਦੇਖ ਸਕਦੇ ਹੋ। ਠੀਕ ਹੈ ਜੀ, ਤਾਂ ਹੁਣ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਜ਼ ਜਿਹੜੇ ਨੋਟੀਫਿਕੇਸ਼ਨ ਨੇ ਉਹ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। ਠੀਕ ਹੈ ਜੀ, ਬਾਕੀ ਤੁਹਾਨੂੰ ਕਲਾਸ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਜੇਕਰ ਕੋਈ ਸੁਝਾਅ ਵੀ ਦੇਣਾ ਹੋਇਆ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਹੈ ਉਹ ਮੈਂਸ਼ਨ ਕਰ ਦੇਣਾ। ਠੀਕ ਹੈ ਜੀ, ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਹੜੇ ਕਿ ETT 5994 ਦੀ ਤਿਆਰੀ ਕਰ ਰਹੇ ਹਨ। ਇੱਕ ਪੁਆਇੰਟ ਹੋਰ ਦੇਖੋ, ਹੁਣ ਆਪਾਂ ਜਿਵੇਂ ਗੁਰਮਤਿ ਕਾਵ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਕਵਰ ਕਰਾਂਗੇ। ਠੀਕ ਹੈ, ਤਾਂ ਗੁਰਮਤਿ ਕਾਵ ਕੰਪਲੀਟ ਹੁੰਦੇ ਹੀ ਉਸ ਤੋਂ ਇੱਕ ਆਪਾਂ MCQ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਿਸ ਦੇ ਵਿੱਚ ਕਿ ਪੂਰੇ ਗੁਰਮਤਿ ਕਾਵ ਦੇ ਰਿਲੇਟਡ ਜਿਹੜੇ ਨੇ ਵੱਧ ਤੋਂ ਵੱਧ ਕੁਐਸਚਨ ਪੁੱਛੇ ਜਾਣਗੇ ਤਾਂ ਕਿ ਗੁਰਮਤਿ ਕਾਵ ਜਿਹੜਾ ਤੁਹਾਡਾ ਪੂਰੀ ਤਰ੍ਹਾਂ ਕਵਰ ਹੋ ਜੇ। ਇੱਕ ਮੇਰੇ ਵੱਲੋਂ ਦੇਖੋ ਇਹ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਚਾਹੇ ਤੁਸੀਂ ਇੱਕ ਟੌਪਿਕ ਕਰੋ ਲੇਕਿਨ ਉਸ ਨੂੰ ਇਸ ਤਰੀਕੇ ਨਾਲ ਕਰੋ ਤਾਂ ਕਿ ਤੁਹਾਡਾ ਉਹਦੇ ਵਿੱਚ ਜਿਹੜਾ ਹੈ ਅੱਧਾ ਮਾਰਕਸ ਵੀ ਨਾ ਘਟੇ। ਠੀਕ ਹੈ, ਤਾਂ ਇਸ ਵੀਡੀਓ ਦਾ ਦੇਖੋ ਫਾਇਦਾ ਕੀ ਹੋਏਗਾ, MCQ ਵੀਡੀਓ ਦੇ ਥਰੂ ਤੁਹਾਨੂੰ ਜਿਹੜਾ ਪਤਾ ਲੱਗ ਜਾਏਗਾ ਕਿ ਤੁਹਾਡਾ ਇਹ ਚੈਪਟਰ ਕਿੰਨੇ ਕੁ ਵਧੀਆ ਤਰੀਕੇ ਨਾਲ ਕਵਰ ਹੋ ਗਿਆ। ਠੀਕ ਹੈ, ਇੱਕ ਤਰੀਕੇ ਦੀ ਪ੍ਰੈਕਟਿਸ ਹੁੰਦੀ ਹੈ, ਨਾਲ ਦੀ ਨਾਲ ਰਿਵੀਜ਼ਨ ਕਰਦੇ ਰਹਿਣਾ। ਬਹੁਤ ਹੈ ਕਿ ਆਪਾਂ ਹਾਜ਼ਰ ਹੋਵਾਂਗੇ ਜੀ ਅਗਲੇ ਗੁਰੂ ਕਵੀਆਂ ਤੇ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।